ਸਾਡੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਵੀ ਜਿਹੜੀਆਂ ਅਕਾਲੀ ਵੀ ਰਹੇ ਨੇ ਇੱਥੇ, ਕਾਂਗਰਸ ਸਰਕਾਰ ਬਦਲ ਕੇ ਆਉਂਦੇ ਰਹੇ ਨੇ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ। ਸਭ ਦਾ ਧਿਆਨ ਸਿਰਫ ਆਪਦੇ ਸਿਆਸੀ ਏਜੰਡੇ ਪੂਰੇ ਕਰਨ ਵੱਲ। ਕੈਪਟਨ ਸਰਕਾਰ ਦੀ ਗੱਲ ਕਰਨੇ ਆ, ਜਦੋਂ ਇਹਨਾਂ ਦਾ ਕਾਰਜਕਾਲ ਸ਼ੁਰੂ ਹੋਇਆ ਸੀ ਉਸ ਵੇਲੇ 51 ਕਾਲਜ ਹੁੰਦੇ ਸੀ ਪੰਜਾਬ 'ਚ ਸਰਕਾਰੀ ਕਾਲਜ, ਅੱਜ 47 ਰਹਿ ਗਏ। ਵੀ ਜਦੋਂ ਤੱਕ ਪ੍ਰਾਈਵੇਟ ਕਾਲਜ ਪ੍ਰਾਈਵੇਟ ਸਕੂਲ ਇੱਥੇ ਚੱਲ ਰਹੇ ਨੇ, ਹਰ ਮੋੜ ਦੇ ਉੱਤੇ ਖੁੱਲ੍ਹੇ ਹੋਏ ਨੇ, ਉਦੋਂ ਤੱਕ ਸਰਕਾਰੀ ਨੇ ਫੇਲ ਹੋਣਾ ਹੀ ਆ ਤੇ ਸਰਕਾਰੀ ਨੂੰ ਜਾਣ ਕੇ ਫੇਲ ਕੀਤਾ ਜਾਊਗਾ। ਕਹਿ ਲਈਏ ਸਰਕਾਰ ਨੇ ਇੱਕ ਛਾਨਣਾ ਲਾਇਆ ਹੋਇਆ ਵੀ ਕਾਲਜਾਂ ਤੋਂ ਸਕੂਲਾਂ ਤੋਂ ਬਾਅਦ ਸਰਕਾਰੀ ਕਾਲਜ ਬਹੁਤ ਘੱਟ ਨੇ, ਉਹਨਾਂ ਦੇ ਵਿੱਚ ਵੈਸੀ ਪੜ੍ਹਾਈ ਬਹੁਤ ਮਾੜੀ ਆ। ਫਿਰ ਵੀ ਜੇ ਕੋਈ ਭੁੱਲਿਆ ਭਟਕਿਆ, ਜੇ ਕਿਸੇ ਨੂੰ ਲੱਗਦਾ ਵੀ ਹਾਂ ਮੈਂ ਜਾਣਾ ਵਾ, ਜੇ ਉਹ ਪਹੁੰਚ ਵੀ ਜਾਂਦਾ ਸਰਕਾਰੀ ਕਾਲਜਾਂ 'ਚ, ਸਰਕਾਰ ਨੇ ਅੱਜ ਉਹਨਾਂ ਲਈ ਵੀ ਇੰਤਜ਼ਾਮ ਕਰਤਾ। ਸਰਕਾਰੀ ਕਾਲਜਾਂ ਦੇ ਅੰਦਰ ਫ੍ਰੀ ਆਈਲੈਟ ਸੈਂਟਰ ਖੋਲ੍ਹ ਰਹੀ ਹੈ ਸਰਕਾਰ। ਇਹ ਤੋਂ ਵੱਧ ਤਰਸਯੋਗ ਹਾਲ ਕੀ ਹੋ ਸਕਦਾ? ਫ੍ਰੀ 'ਚ ਪੜ੍ਹਾ ਕੇ ਅੰਗਰੇਜ਼ੀ ਸਿਖਾ ਕੇ ਬਾਹਰ ਨੂੰ ਤੋਰਦੇ ਆ। ਕੀ ਕਰਨਾ ਮਾਂ ਬੋਲੀ ਦੇ ਵਾਰਸ ਬਣ ਕੇ? ਅਸੀਂ ਤੁਹਾਨੂੰ ਨੌਕਰੀਆਂ ਤਾਂ ਮਾਂ ਬੋਲੀ 'ਚ ਦੇਣੀਆਂ ਨਹੀਂ। ਪੰਜਾਬ 'ਚ 18 ਅਧਿਆਪਕ ਰਹਿ ਗਏ ਪੰਜਾਬੀ ਦੇ, ਅਸੀਂ ਕਰਨਾ ਕੀ ਹੈ ਪੜ੍ਹਾ ਕੇ? ਵੀ ਸਰਕਾਰ ਨੇ ਅਸਲ ਵਿੱਚ ਸੱਚਮੁੱਚ ਕੀ ਕੀਤਾ? ਸਰਕਾਰ ਨੇ ਸਿਰਫ ਸਿੱਖਿਆ ਦਾ ਪੱਧਰ ਹੋਰ ਮਾੜਾ ਕੀਤਾ। ਇਹ ਸਾਰੀਆਂ ਸਰਕਾਰਾਂ ਜਿੰਨੇ ਅੱਜ ਚੋਣਾਂ ਦੇ ਵਿੱਚ ਜਾ ਰਹੇ ਨੇ ਬੰਦੇ, ਜਿਹੜੇ ਇਸ ਵੇਲੇ ਵੋਟਾਂ ਮੰਗਣ ਜਾ ਰਹੇ ਨੇ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਫੜ ਕੇ ਇਸ ਗੱਲ ਤੇ ਰਗੜਨਾ ਚਾਹੀਦਾ ਵੀ ਤੁਸੀਂ ਕੀਤਾ ਕੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਲਈ। ਕਿਹਾ ਜਾਂਦਾ ਹੈ ਕਿ ਸਿੱਖਿਆ ਸਮਾਜ ਨੂੰ ਸੰਵਾਰਦੀ ਹੈ, ਪਰ ਸਾਡੇ ਦੇਸ਼ ਤੇ ਸਾਡੇ ਸੂਬੇ ਦੀ ਇਹ ਤਰਾਸਦੀ ਰਹੀ ਹੈ ਕਿ ਸਿੱਖਿਆ ਨੂੰ ਲੈ ਕੇ ਬਹੁਤੇ ਕੰਮ ਨਹੀਂ ਹੋ ਪਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਵੇਲੇ ਅਸੀਂ ਬੈਠੇ ਹਾਂ ਔਰ ਲਾਅ ਦੀ ਵਿਦਿਆਰਥਣ ਅਮਨ ਸਾਡੇ ਨਾਲ ਮੌਜੂਦ ਹੈ। ਅਮਨ ਬਹੁਤ ਖੁੱਲ੍ਹ ਕੇ ਹਰ ਮਸਲਿਆਂ ਤੇ ਬੋਲਦੀ ਹੈ ਔਰ ਅਮਨ ਦੇ ਨਾਲ ਚਰਚਾ ਕਰ ਰਹੇ ਸੀ ਕਿ ਸਿੱਖਿਆ ਦੇ ਮਸਲਿਆਂ ਤੇ ਰਾਏ ਕੀ ਹੈ, ਵਿਦਿਆਰਥੀ ਕੀ ਸੋਚਦੇ ਨੇ। ਅਮਨ ਸਾਡੇ ਨਾਲ ਮੌਜੂਦ ਹੈ। ਅਮਨ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਬਹੁਤ ਬਹੁਤ ਧੰਨਵਾਦ ਜੀ। ਕੀ ਸੋਚਦੇ ਹੋ? ਸਿੱਖਿਆ ਕਿਹਾ ਜਾਂਦਾ ਹੈ ਕਿ ਸਵਾਰਨ ਦਾ ਕੰਮ ਕਰਦੀ ਹੈ ਸਮਾਜ ਨੂੰ, ਔਰ ਕਿਸ ਤਰ੍ਹਾਂ ਦੇਖਦੇ ਹੋ? ਸਾਡੇ ਦੇਸ਼ ਦੇ ਹਾਲਾਤ ਤਾਂ ਪਤਾ ਹੀ ਨੇ, ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਦੇ ਹਾਲਾਤ ਵੀ ਬਹੁਤ ਮਾੜਾ ਹਾਲ ਹੈ। ਕਹਿਣ ਨੂੰ ਹੁਣ ਇਸ ਪਿੱਛੇ ਜੇ ਸਰਵੇ ਕਰਵਾਇਆ, ਕੈਪਟਨ ਸਰਕਾਰ ਨੇ ਕਿਹਾ ਵੀ ਸਕੂਲੀ ਸਿੱਖਿਆ ਦੇ ਵਿੱਚ ਨੰਬਰ 1 ਹੈ, ਪਰ ਦੂਜੇ ਪਾਸੇ ਸਾਰੇ ਅਧਿਆਪਕ ਨੇ ਜਿਹੜੇ ਉਹ ਲਗਭਗ ਧਰਨੇ ਉੱਤੇ ਬੈਠੇ ਨੇ। ਤੇ ਇੱਥੇ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਹੈਗੀ ਹੈ ਬੇਰੁਜ਼ਗਾਰੀ ਦੀ। ਵੀ ਨੌਜਵਾਨਾਂ ਦੇ ਨੈਟ ਕਲੀਅਰ ਨੇ, PhDਆਂ ਕੀਤੀਆਂ ਹੋਈਆਂ ਨੇ, ਡਿਗਰੀਆਂ ਹੱਥਾਂ ਦੇ ਵਿੱਚ ਫੜ ਕੇ ਰੁਲਣੀ ਤਿਆਰ ਨੇ, ਉਹੀ ਛੋਟੀਆਂ ਮੋਟੀਆਂ ਕੱਚੀਆਂ ਭਰਤੀਆਂ, ਕੰਟਰੈਕਟ ਤੇ ਭਰਤੀਆਂ ਹੋ ਰਹੀਆਂ ਨੇ ਅੱਜ ਦੇ ਸਮੇਂ ਵਿੱਚ। ਮਤਲਬ ਸਰਕਾਰ ਨੇ ਪਿਛਲੇ 25 ਸਾਲਾਂ 'ਚ 1996 ਤੋਂ ਬਾਅਦ ਇੱਕ ਵੀ ਪੱਕੀਆਂ ਭਰਤੀਆਂ ਨਹੀਂ ਕੀਤੀਆਂ। ਇੱਥੇ ਜਿੰਨੀਆਂ ਭਰਤੀਆਂ ਹੋਈਆਂ ਨੇ ਸਾਰੀਆਂ ਕੱਚੀਆਂ ਹੋਈਆਂ ਨੇ। ਜਿਹੜੇ ਉਸ ਵੇਲੇ 1990 ਦਾ ਆંકੜਾ ਇਹ ਵੀ ਉਦੋਂ 1873 ਪੋਸਟਾਂ ਹੁੰਦੀਆਂ ਸੀ ਤੇ ਅੱਜ ਉਹਨਾਂ ਵਿੱਚੋਂ ਬਾਕੀ ਸਾਰੇ ਰਿਟਾਇਰ ਹੋ ਕੇ ਤੇ ਉਹਦੇ 'ਚੋਂ 347 ਰਹਿ ਗਈਆਂ ਨੇ। ਤੇ 347 ਜਿਹੜੀਆਂ ਪੋਸਟਾਂ ਨੇ ਉਹਨਾਂ ਵਿੱਚੋਂ ਵੀ 80% ਨੇ 2025 ਆਉਂਦੇ ਰਿਟਾਇਰ ਹੋ ਜਾਣਾ। ਤੇ ਸਰਕਾਰ ਦੀ ਕੋਈ ਯੋਜਨਾ ਲੱਗ ਵੀ ਨਹੀਂ ਰਹੀ ਵੀ ਆਉਣ ਵਾਲੇ ਸਮਿਆਂ 'ਚ ਕੋਈ ਭਰਤੀਆਂ ਕਰਨਗੇ। ਇਹ ਪੰਜਾਬ ਦੇ ਹਾਲ ਨੇ। ਹੁਣ ਹਰਿਆਣੇ ਦੀ ਗੱਲ ਕਰੀਏ, ਉੱਥੇ 2.5 ਕਰੋੜ ਆਬਾਦੀ ਦੇ ਪਿੱਛੇ 170 ਕਾਲਜ ਨੇ। ਹਿਮਾਚਲ ਦੇ ਵਿੱਚ ਉੱਥੇ 1 ਕਰੋੜ ਤੋਂ ਵੀ ਘੱਟ ਆਬਾਦੀ ਆ, ਉੱਥੇ 97 ਕਾਲਜ ਪੈਂਦੇ ਨੇ। ਸਗੋਂ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ 47 ਕਾਲਜ ਰਹਿ ਗਏ ਨੇ ਅੱਜ ਦੇ ਸਮੇਂ ਵਿੱਚ। ਤੇ ਹਾਲ ਇਹ ਆ ਬਈ ਕਈ 11 ਇਹੋ ਜਿਹੇ ਕਾਲਜ ਨੇ ਜਿੱਥੇ ਇੱਕ ਵੀ ਪੱਕਾ ਅਧਿਆਪਕ ਨਹੀਂ ਹੈਗਾ ਇਸ ਵੇਲੇ। ਬਾਇਓਲੋਜੀ ਦੇ 2, ਕੈਮਿਸਟਰੀ ਦੇ 3 ਅਧਿਆਪਕ, ਮਤਲਬ ਫਿਜ਼ੀਕਲ ਐਜੂਕੇਸ਼ਨ ਦੇ ਬਹੁਤ ਘੱਟ, ਪੰਜਾਬੀ ਦੇ 18 ਅਧਿਆਪਕ। ਇਸ ਤਰ੍ਹਾਂ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਆ ਪ੍ਰਤੀ ਕਾਲਜ। ਜੇ ਦੇਖਿਆ ਜਾਵੇ, ਪ੍ਰਤੀ ਸਬਜੈਕਟ ਜੇ ਗਿਣਤੀ ਦੇਖੀ ਜਾਵੇ, ਤਾਂ ਸਰਕਾਰ ਦਾ ਧਿਆਨ ਹੀ ਨਹੀਂ ਇਸ ਵੱਲ ਜਾ ਰਿਹਾ ਵੀ ਵਿਦਿਆਰਥੀਆਂ ਨੂੰ ਜਿਹੜੀ ਮਿਆਰੀ ਉੱਚ ਸਿੱਖਿਆ ਅਸੀਂ ਦੇਣੀ ਹੈ। ਵਿਦਿਆਰਥੀ ਜਿਹੜੇ ਅੱਜ ਦੇ ਸਮੇਂ ਵਿੱਚ ਸੜਕਾਂ ਤੇ ਰੁਲ ਰਹੇ ਨੇ, ਡਿਗਰੀਆਂ ਜਿਨ੍ਹਾਂ ਦੇ ਕੋਲ ਕਈ 5-5 ਵਾਰ ਨੈਟ ਕਲੀਅਰ ਹੋ ਚੁੱਕੇ ਨੇ, ਤੇ ਉਹਦੇ ਬਾਵਜੂਦ ਸਰਕਾਰ ਉਹਨਾਂ ਨੂੰ ਕੋਈ ਨੌਕਰੀ ਨਹੀਂ ਦੇ ਰਹੀ। ਉਹ 10-15 ਹਜ਼ਾਰ ਤੇ ਕੰਮ ਕਰ ਰਹੇ ਨੇ। ਤਾਂ ਮੈਨੂੰ ਲੱਗਦਾ ਇਹ ਤਰਸਯੋਗ ਹਾਲ ਹੈ। ਸਾਨੂੰ ਸਾਡੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਵੀ ਜਿਹੜੀਆਂ ਅਕਾਲੀ ਵੀ ਰਹੇ ਨੇ ਇੱਥੇ, ਕਾਂਗਰਸ ਸਰਕਾਰ ਬਦਲ ਕੇ ਆਉਂਦੇ ਰਹੇ ਨੇ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ। ਸਭ ਦਾ ਧਿਆਨ ਸਿਰਫ ਆਪਦੇ ਸਿਆਸੀ ਏਜੰਡੇ ਪੂਰੇ ਕਰਨ ਵੱਲ ਜਾ ਰਿਹਾ। ਸਰਕਾਰਾਂ ਤਾਂ ਭਾਵੇਂ ਅਕਾਲੀ ਦਲ ਦੀ ਰਹੀ ਹੋਵੇ, ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਰਾਜ ਚੱਲ ਰਿਹਾ, ਉਹ ਦਾਅਵਾ ਕਰ ਰਹੇ ਨੇ, ਠੋਕ ਕੇ ਦਾਅਵਾ ਕਰਦੇ ਨੇ ਕਿ ਅਸੀਂ ਬਹੁਤ ਚੰਗੇ ਕੰਮ ਕੀਤੇ ਨੇ, ਬਹੁਤ ਵਿਕਾਸ ਕਾਰਜ ਕੀਤੇ ਨੇ ਸਕੂਲਾਂ ਲਈ, ਕਾਲਜਾਂ ਲਈ। ਬੇਸ਼ੱਕ ਅਧਿਆਪਕ ਬਾਹਰ ਬੈਠੇ ਨੇ, ਪਰ ਉਹ ਕਹਿੰਦੇ ਕਿ ਇਸ ਟਾਈਮ ਬਹੁਤ ਵਧੀਆ ਕੰਮ ਕੀਤੇ ਨੇ ਔਰ ਸਿੱਖਿਆ ਦਾ ਲੈਵਲ ਵੀ ਅਪ ਕੀਤਾ ਸੀ। ਤਾਂ ਮੈਂ ਦੋਨੇ ਸਰਕਾਰਾਂ ਦੀ ਕੁਝ ਉਦਾਹਰਨਾਂ ਨਾਲ ਗੱਲ ਕਰੂੰਗੀ। ਪਹਿਲਾਂ ਅਕਾਲੀਆਂ ਦੀ ਸਰਕਾਰ ਜਿਹੜੀ ਦਾਅਵੇ ਕਰ ਰਹੀ ਹੈ ਵੀ ਹਾਂ ਅਸੀਂ ਬਹੁਤ ਚੰਗੇ ਕੰਮ ਕਰ ਰਹੇ ਹਾਂ। 7 ਸਾਲ ਪਹਿਲਾਂ ਇੱਕ ਕਾਲਜ ਬਣਿਆ ਸੀ ਅਮਰਗੜ੍ਹ ਦੇ ਵਿੱਚ, ਮਲੇਰਕੋਟਲੇ ਕੋਲ। ਉਹ ਕਾਲਜ 25 ਤੋਂ 28 ਕਰੋੜ ਉਹਦੀ ਲਾਗਤ ਆਈ ਸੀ ਉਸ ਕਾਲਜ ਨੂੰ ਬਣਾਉਣ ਦੇ ਵਿੱਚ। ਤੇ ਉਸ ਵੇਲੇ ਅਕਾਲੀਆਂ ਦਾ MLA ਸੀ। ਤੇ ਹੁਣ ਜਦੋਂ ਉਹਨੂੰ ਉਹ ਕਾਲਜ 7 ਸਾਲਾਂ ਦੇ ਵਿੱਚ ਹੀ ਉਹਦੀ ਬਿਲਡਿੰਗ ਢਹਿ ਗਈ,
ਮਤਲਬ ਖੰਡਰ ਬਣੀ ਪਈ ਹੈ। ਤੇ ਉਸੇ ਥਾਂ ਤੇ ਮਲੇਰਕੋਟਲੇ ਦੇ ਵਿੱਚ ਇੱਕ 100 ਸਾਲ ਪੁਰਾਣਾ ਵੀ ਕਾਲਜ, ਅਸੀਂ 150 ਸਾਲ ਪੁਰਾਣੇ ਕਾਲਜ ਵੀ ਦੇਖੇ ਨੇ। ਉਹਨਾਂ ਦੀ ਇਮਾਰਤਾਂ ਜਿਉਂ ਦੀਆਂ ਤਿਉਂ ਅੱਜ ਬਣੀਆਂ ਹੋਈਆਂ ਨੇ। ਤਾਂ ਇਹ ਅੱਜ ਦੇਖਣਾ ਪੈਣਾ ਵੀ 7 ਸਾਲਾਂ 'ਚ ਸਾਡੇ ਕਿਸੇ ਦਾ ਅੱਜ ਤੱਕ ਘਰ ਨਹੀਂ ਢਿਆ ਹੋਣਾ। ਜਿਹੜੇ MLA ਉਦੋਂ ਜਦੋਂ ਪੁੱਛਿਆ ਗਿਆ ਵੀ 7 ਸਾਲ 'ਚ ਇਹਦੀ ਬਿਲਡਿੰਗ ਢਹਿਗੀ, ਕਹਿੰਦਾ ਸਾਡਾ ਕੰਮ ਸਿਰਫ ਪੈਸੇ ਲਿਆਉਣਾ ਹੁੰਦਾ, ਅਸੀਂ ਇਹਦੀ ਰੱਖ ਰਖਾਵ ਕਰਨਾ ਹੈ, ਇਹਦੇ ਉੱਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਮਤਲਬ ਇਹ ਤਾਂ ਸਿੱਧੀ ਜੀ ਗੱਲ ਹੈ ਨਾ ਵੀ ਤੁਸੀਂ ਘਪਲੇ ਕੀਤੇ। ਜੇ 25 ਤੋਂ 28 ਕਰੋੜ ਲਾਗਤ ਆ ਰਹੀ ਹੈ, ਜੇ ਕਾਲਜ ਬਣ ਰਿਹਾ ਕੋਈ, ਤਾਂ ਤੁਸੀਂ ਉਹਦੇ ਵਿੱਚ ਘਪਲਾ ਕੀਤਾ, ਉਹਦੀ ਕੰਸਟਰਕਸ਼ਨ ਦੇ ਵਿੱਚ ਘਪਲੇ ਹੋਏ ਨੇ, ਉਹਦੇ ਨਿਰਮਾਣ ਦੇ ਵਿੱਚ ਕੀਤੀਆਂ ਗਈਆਂ ਨੇ ਛੇੜਖਾਨੀਆਂ। ਇਸੇ ਕਰਕੇ ਉਹ ਕਾਲਜ 7 ਸਾਲਾਂ 'ਚ ਢਹਿ ਜਾਂਦਾ। ਕਿਹਦਾ ਘਰ ਆ ਜਿਹੜਾ ਅੱਜ 7 ਸਾਲਾਂ ਦੇ ਵਿੱਚ ਢਹਿ ਜੂਗਾ ਕਦੇ? ਤੇ ਉਸ ਤੋਂ ਬਾਅਦ ਕਿੰਨੀ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਵੇਂ ਵਰਤ ਸਕਦੇ ਹੋ? ਵਿੱਦਿਆ ਦਾ ਮੰਦਿਰ ਹੈ ਉਹ, ਵਿਦਿਆਰਥੀਆਂ ਦੇ ਲਈ ਪੜ੍ਹਨ ਦਾ ਸਥਾਨ ਹੈ। ਤੇ ਤੁਸੀਂ ਜਦੋਂ ਕੈਪਟਨ ਸਰਕਾਰ ਦੀ ਗੱਲ ਕਰਨੇ ਆ, ਜਦੋਂ ਇਹਨਾਂ ਦਾ ਕਾਰਜਕਾਲ ਸ਼ੁਰੂ ਹੋਇਆ ਸੀ ਉਸ ਵੇਲੇ 51 ਕਾਲਜ ਹੁੰਦੇ ਸੀ ਪੰਜਾਬ 'ਚ ਸਰਕਾਰੀ ਕਾਲਜ, ਅੱਜ 47 ਰਹਿ ਗਏ। ਖੋਲ੍ਹਣ ਦਾ ਦਾਅਵਾ ਕੀਤਾ ਸੀ ਇਹਨਾਂ ਨੇ, ਖੁੱਲ੍ਹੇ ਨਹੀਂ, ਬੰਦ ਕਰਤੇ ਜਿੰਨੇ ਵੀ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ। ਕਾਲਾ ਅਫਗਾਨਾ ਕਾਲਜ ਇਹਨਾਂ ਨੇ ਬੰਦ ਕੀਤਾ, ਜਿੱਥੇ ਪਿਛਲੇ 3 ਸਾਲ ਤੋਂ ਇੱਕ ਵੀ ਵਿਦਿਆਰਥੀ ਨਹੀਂ ਗਿਆ, ਕਿਉਂਕਿ ਨੀਅਤ ਹੀ ਨਹੀਂ ਹੈਗੀ। ਅਸੀਂ ਚਾਹੁੰਦੇ ਹੀ ਨਹੀਂ ਵੀ ਵਿਦਿਆਰਥੀ ਆਉਣ, ਅਸੀਂ ਚਾਹੁੰਦੇ ਨਹੀਂ ਵੀ ਅਧਿਆਪਕ ਆਉਣ ਜਿਹੜੇ ਪੜ੍ਹਾਉਣ ਉਹਨਾਂ ਨੂੰ। ਦੂਜੇ ਪਾਸੇ ਕੈਪਟਨ ਸਰਕਾਰ ਨੇ ਹੁਣੇ ਜੇ ਪਿੱਛੇ ਐਲਾਨ ਕੀਤਾ ਸੀ ਵੀ ਅਸੀਂ 16 ਨਵੇਂ ਕਾਲਜ ਖੋਲ੍ਹਾਂਗੇ, ਸਰਕਾਰੀ ਕਾਲਜ। ਉਹਨਾਂ 16 ਨਵੇਂ ਕਾਲਜਾਂ ਦਾ ਸੱਚ ਇਹ ਆ ਵੀ ਸਰਕਾਰ ਨੇ ਪੁਰਾਣੇ ਕਾਲਜਾਂ ਵਾਲਿਆਂ ਨੂੰ ਚਿੱਠੀਆਂ ਲਿਖੀਆਂ ਨੇ ਵੀ ਤੁਹਾਡੇ ਹਰ ਸਾਲ ਤੁਸੀਂ ਫੰਡ ਆਉਂਦਾ ਵਿਦਿਆਰਥੀਆਂ ਤੋਂ, PTA ਫੰਡ ਜਿਹਨੂੰ ਕਹਿੰਦੇ ਆ। ਮਤਲਬ ਇੱਕ ਤਾਂ ਇਹ ਗੱਲ ਆ ਵੀ ਜਿਹੜੇ ਅਧਿਆਪਕਾਂ ਦੀਆਂ ਤਨਖਾਹਾਂ ਨੇ ਪੱਕਿਆਂ ਦੀਆਂ, ਉਹ ਸਰਕਾਰੀ ਖਜ਼ਾਨੇ 'ਚ ਆਉਂਦੀਆਂ ਨੇ, ਪਰ ਸਰਕਾਰ ਨੇ ਕੁਝ ਸਾਲ ਪਹਿਲਾਂ PTA ਫੰਡ ਵਸੂਲਣਾ ਸ਼ੁਰੂ ਕੀਤਾ ਸੀ ਵਿਦਿਆਰਥੀਆਂ ਤੋਂ, ਜਿਹੜਾ 500 ਰੁਪਏ ਤੋਂ ਵੀ ਘੱਟ ਹੁੰਦਾ ਸੀ। ਤੇ ਉਹ ਵਿਦਿਆਰਥੀ ਦੀ ਆਪਦੀ ਇੱਛਾ ਹੁੰਦੀ ਸੀ ਵੀ ਉਹ ਦੇਣਾ ਚਾਹੁੰਦਾ ਜਾਂ ਨਹੀਂ ਦੇਣਾ ਚਾਹੁੰਦਾ। ਅੱਜ ਦੇ ਸਮੇਂ ਵਿੱਚ ਉਹ ਸਾਰਿਆਂ ਲਈ ਲਾਜ਼ਮੀ ਕੀਤਾ ਗਿਆ। ਉਹਦੀ ਰਾਸ਼ੀ ਵਧਾ ਕੇ 4 ਤੋਂ 5000 ਰੁਪਇਆ ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਹੈ, ਧੱਕੇ ਨਾਲ ਵਸੂਲਿਆ ਜਾ ਰਿਹਾ। ਤੇ ਉਸ PTA ਫੰਡ ਵਿੱਚੋਂ ਹੀ ਅੱਜ ਗੈਸਟ ਜਿਹੜੀਆਂ ਫੈਕਲਟੀ ਆ ਉਹਦੀ 50% ਦੇ ਲਗਭਗ ਤਨਖਾਹ ਦਿੱਤੀ ਜਾਂਦੀ ਹੈ। ਮਤਲਬ ਲਗਭਗ ਉਹਦੀ ਸਾਰੀ ਤਨਖਾਹ ਹੀ ਉਹਦੇ ਵਿੱਚੋਂ ਦਿੱਤੀ ਜਾਂਦੀ ਹੈ। ਮਤਲਬ ਇਹ ਸਰਕਾਰ ਨੇ ਹੁਣ ਕੀ ਕਿਹਾ, ਇੱਕ ਤਾਂ ਪਹਿਲਾਂ ਹੀ ਜਿਹੜੇ ਔਖੇ ਸਾਹਾਂ ਤੇ ਚੱਲ ਰਹੇ ਨੇ, ਵੈਂਟੀਲੇਟਰ ਤੇ ਕਾਲਜ ਚੱਲ ਰਹੇ ਨੇ, ਉਹਨਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਉਹ 'ਚੋਂ ਜਾ ਰਹੀਆਂ ਨੇ ਕਿਉਂਕਿ ਗੈਸਟ ਫੈਕਲਟੀਆਂ ਬਹੁਤੀਆਂ ਪੜ੍ਹਾ ਰਹੀਆਂ ਨੇ। ਦੂਜਾ, ਹੁਣ ਸਰਕਾਰ ਨੇ ਜਿਹੜੇ ਨਵੇਂ ਕਾਲਜ ਖੋਲ੍ਹਣੇ ਸੀ ਉਹਦੇ ਨਾਮ ਤੇ ਕਰੋੜਾਂ ਰੁਪਏ ਇਹਨਾਂ ਨੂੰ ਫੰਡ ਆਉਣਾ ਹੈ ਤੇ ਉਹ ਫੰਡ ਆਪ ਖਾਣਾ ਹੈ। ਤੇ ਇਹ ਕਿਹਾ ਗਿਆ ਇਹਨਾਂ ਕਾਲਜਾਂ ਨੂੰ ਵੀ 5-5 ਲੱਖ ਰੁਪਏ ਉਹਨਾਂ PTA ਫੰਡਾਂ ਚੋਂ ਕੱਢ ਕੇ ਇਹ ਕਾਲਜਾਂ ਨੂੰ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਇਨਫਰਾਸਟ੍ਰਕਚਰ ਵੱਧ ਸਕੇ, ਤਾਂ ਕਿ ਇਹਨਾਂ ਦੇ ਵਿੱਚ ਸੁੱਖ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਨੂੰ ਹੀ ਕਿਹਾ ਤੁਸੀਂ ਕੰਪਿਊਟਰ, ਬੈਂਚਾਂ, ਅਲਮਾਰੀਆਂ, ਇਹ ਵੀ ਸਾਰਾ ਕੁਝ ਦਿਓ, ਤੁਸੀਂ ਨਾਨ ਟੀਚਿੰਗ ਸਟਾਫ ਵੀ ਤੁਸੀਂ ਦੇਣਾ। ਮਤਲਬ ਸਰਕਾਰ ਕੀ ਕਰ ਰਹੀ ਆ ਫਿਰ? ਤਾਂ ਮੈਂ ਯਾਰ ਅਬ ਕਿਵੇਂ ਹੋਊਗਾ ਅਮਨ, ਤੁਹਾਨੂੰ ਕੀ ਲੱਗਦਾ ਸਟੂਡੈਂਟਸ ਕੀ ਸੋਚਦੇ ਨੇ ਇਸ ਚੀਜ਼ ਨੂੰ ਲੈ ਕੇ, ਹੋਣਾ ਕੀ ਚਾਹੀਦਾ? ਸਿੱਖਿਆ ਦਾ ਮਿਆਰ ਤਾਂ ਹੀ ਉੱਚਾ ਹੋ ਸਕਦਾ ਜੇ ਸੱਚਮੁੱਚ ਜਿਹੜੀ ਸਰਕਾਰ ਦੀ ਆਮਦਨ ਆ ਉਹਦਾ ਵੱਡਾ ਹਿੱਸਾ ਸਿੱਖਿਆ ਦੇ ਉੱਤੇ ਲੱਗੇ। ਜੇ ਸਿੱਖਿਆ ਨੀਤੀਆਂ ਇਹੋ ਜਿਹੀਆਂ ਘੜੀਆਂ ਜਾਣ ਵੀ ਤੁਹਾਡੀ ਪ੍ਰਾਇੋਰਟੀ ਇਹੀ ਆ ਵੀ ਵਿਦਿਆਰਥੀ ਪੜ੍ਹਨ ਤੇ ਪੜ੍ਹ ਕੇ ਫਿਰ ਉਹ ਅੱਗੇ ਪੜ੍ਹਾਉਣ ਵੀ ਤੇ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ। ਮਤਲਬ ਸਿੱਖਿਆ ਦਾ ਪੱਧਰ ਆਏ ਨਹੀਂ ਉੱਚਾ ਹੋ ਸਕਦਾ ਵੀ 2 ਮਹੀਨੇ ਹੋ ਚੁੱਕੇ ਨੇ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੇ ਬਾਹਰ 2 ਅਧਿਆਪਕਾਂ ਨੂੰ ਬੈਠੇ ਨੂੰ ਤੇ 3500 ਰੁਪਏ ਤੁਸੀਂ ਉਹਨਾਂ ਦੀਆਂ ਜੇਬਾਂ ਵਿੱਚ ਪਾ ਰਹੇ ਹੋ। ਉਹ ਕਿਵੇਂ ਤੁਸੀਂ ਉਮੀਦ ਕਰ ਸਕਦੇ ਹੋ ਵੀ ਅੱਜ ਉਹ ਬੋਲਣ, ਮਤਲਬ ਅੱਜ ਉਹ ਵਿਦਿਆਰਥੀਆਂ ਨੂੰ ਜਾ ਕੇ ਬੱਚਿਆਂ ਨੂੰ ਪੜ੍ਹਾ ਵੀ ਸਕਦੇ ਨੇ? ਇਸ ਕਰਕੇ ਜਿਹੜੀ ਸਰਕਾਰ ਸਿੱਖਿਆ ਉੱਤੇ ਪੈਸਾ ਹੀ ਨਹੀਂ ਲਾਉਣਾ ਚਾਹੁੰਦੀ, ਜਿਹੜੀ ਸਰਕਾਰ ਨੂੰ ਲੱਗਦਾ ਵੀ ਅੱਜ ਸ਼ਾਇਦ ਹਥਿਆਰ ਖਰੀਦਣੇ ਜ਼ਿਆਦਾ ਜ਼ਰੂਰੀ ਨੇ ਜਾਂ ਅੱਜ ਹੋਰ ਜਿਹੜੀਆਂ ਚੀਜ਼ਾਂ ਨੇ, ਸਾਡੇ ਵਿਧਾਇਕਾਂ ਨੂੰ ਤਨਖਾਹਾਂ ਦੇਣੀਆਂ, ਵਿਧਾਇਕਾਂ ਨੂੰ ਇਨੋਵਾ ਗੱਡੀਆਂ ਦੇਣੀਆਂ ਜਾਂ ਹੋਰ ਚੀਜ਼ਾਂ ਦੇਣੀਆਂ, ਉਹ ਜ਼ਿਆਦਾ ਜ਼ਰੂਰੀ ਬਣ ਗਈਆਂ ਨੇ। ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਇਹਨਾਂ ਦੀ ਮਨਸ਼ਾ ਹੀ ਨਹੀਂ ਹੈ, ਵਿਦਿਆਰਥੀ ਚਾਹੁੰਦੇ ਹੀ ਨਹੀਂ। ਮਤਲਬ ਜਿਵੇਂ ਆਪਾਂ ਕਹਿ ਲਈਏ ਸਰਕਾਰ ਨੇ ਇੱਕ ਛਾਨਣਾ ਲਾਇਆ ਹੋਇਆ ਬਈ ਕਾਲਜਾਂ ਤੋਂ, ਸਕੂਲਾਂ ਤੋਂ ਬਾਅਦ ਸਰਕਾਰੀ ਕਾਲਜ ਬਹੁਤ ਘੱਟ ਨੇ, ਉਹਨਾਂ ਦੇ ਵਿੱਚ ਵੈਸੀ ਪੜ੍ਹਾਈ ਬਹੁਤ ਮਾੜੀ ਆ। ਫਿਰ ਵੀ ਜੇ ਕੋਈ ਭੁੱਲਿਆ ਭਟਕਿਆ, ਜੇ ਕਿਸੇ ਨੂੰ ਲੱਗਦਾ ਵੀ ਹਾਂ ਮੈਂ ਜਾਣਾ ਵਾ, ਜੇ ਉਹ ਪਹੁੰਚ ਵੀ ਜਾਂਦਾ ਸਰਕਾਰੀ ਕਾਲਜਾਂ 'ਚ, ਸਰਕਾਰ ਨੇ ਅੱਜ ਉਹਨਾਂ ਲਈ ਵੀ ਇੰਤਜ਼ਾਮ ਕਰਤਾ। ਸਰਕਾਰੀ ਕਾਲਜਾਂ ਦੇ ਅੰਦਰ ਫ੍ਰੀ ਆਈਲੈਟ ਸੈਂਟਰ ਖੋਲ੍ਹ ਰਹੀ ਹੈ ਸਰਕਾਰ। ਇਹ ਤੋਂ ਵੱਧ ਤਰਸਯੋਗ ਹਾਲ ਕੀ ਹੋ ਸਕਦਾ? ਮਤਲਬ ਸਰਕਾਰ ਕਾਲਜ ਆਇਆਂ ਨੂੰ ਵੀ ਦੁਬਾਰਾ ਫੇਰ ਕਹਿ ਰਹੀ ਆ ਵੀ ਕਮਲਿਓ, ਭੁੱਲੇ ਭਟਕੇ ਆ ਗਏ ਤੁਸੀਂ ਤਾਂ ਬਾਹਰ ਨੂੰ ਜਾਣਾ, ਅਸੀਂ ਇੱਥੋਂ ਹੀ ਇੰਤਜ਼ਾਮ ਕਰ ਦਿੰਦੇ ਹਾਂ, ਤੁਹਾਨੂੰ ਫ੍ਰੀ 'ਚ ਪੜ੍ਹਾ ਕੇ ਅੰਗਰੇਜ਼ੀ ਸਿਖਾ ਕੇ ਬਾਹਰ ਨੂੰ ਤੋਰਦੇ ਹਾਂ। ਕੀ ਕਰਨਾ ਮਾਂ ਬੋਲੀ ਦੇ ਵਾਰਸ ਬਣ ਕੇ? ਅਸੀਂ ਤੁਹਾਨੂੰ ਨੌਕਰੀਆਂ ਤਾਂ ਮਾਂ ਬੋਲੀ 'ਚ ਦੇਣੀਆਂ ਨਹੀਂ। ਪੰਜਾਬ 'ਚ 18 ਅਧਿਆਪਕ ਰਹਿ ਗਏ ਪੰਜਾਬੀ ਦੇ, ਅਸੀਂ ਕਰਨਾ ਕੀ ਆ ਪੜ੍ਹਾ ਕੇ? ਮਤਲਬ ਗੱਲ ਇਹ ਤਰਸਯੋਗ ਹਾਲਤਾਂ ਨੇ। ਸਰਕਾਰ ਦੀ ਅਸਲ ਸੱਚਾਈ ਹੈ ਜਿਹੜੀ ਸਾਨੂੰ ਥੱਲੇ ਗਰਾਊਂਡ ਦੇ ਉੱਤੇ ਜਿਹਦੀ ਹਕੀਕਤ ਪਤਾ ਚੱਲ ਸਕਦੀ ਹੈ। ਘੱਟੋ ਘੱਟ ਇਹ ਤਾਂ ਹੋਣਾ ਚਾਹੀਦਾ ਸੀ ਕਿ ਜਿੰਨੇ ਜ਼ਿਲ੍ਹੇ ਉਹਨੇ ਅਧਿਆਪਕ ਤਾਂ ਹੁੰਦੇ। ਬਿਲਕੁਲ, ਜਿੰਨੇ ਜ਼ਿਲ੍ਹੇ ਉਹਨੇ ਅਧਿਆਪਕ ਹੁੰਦੇ। ਤੁਸੀਂ ਹਾਲ ਚੱਕ ਕੇ ਦੇਖੋ ਵੀ 117 ਦੇ ਵਿੱਚੋਂ ਜੇ 170 ਅਧਿਆਪਕ ਹੋਣੇ ਚਾਹੀਦੇ ਨੇ ਤਾਂ ਉਹਨਾਂ ਵਿੱਚੋਂ ਸਿਰਫ 17 ਅਧਿਆਪਕ ਪੱਕੇ ਨੇ। ਬਾਕੀ ਇੰਨਾ ਮਾੜਾ ਹਾਲ ਆ ਵੀ 11 ਕਾਲਜ ਤਾਂ ਇਹੋ ਜਿਹਾ ਜਿਨ੍ਹਾਂ ਦੇ ਵਿੱਚ ਹੈ ਹੀ ਨਹੀਂ ਕੋਈ ਪੱਕਾ ਅਧਿਆਪਕ। ਹੁਣ ਉਹ ਪੜ੍ਹਾਉਣਗੇ ਕੀ? ਕਿਵੇਂ ਪੜ੍ਹਾਇਆ ਵੀ ਕਿਵੇਂ ਜਾ ਸਕਦਾ? ਇੱਕ ਵਾਰ ਇਹ ਚਰਚਾ ਚੱਲੀ ਸੀ ਕਿ ਜਿੰਨੇ ਵੀ ਵਿਧਾਇਕ ਨੇ ਜਾਂ ਫਿਰ ਜਿਹੜੇ ਸਰਕਾਰੀ ਅਫਸਰ ਨੇ ਉਹ ਤਾਂ ਹੀ ਲਾਈਨ ਤੇ ਆਉਣਗੇ ਕਿ
ਜਿੰਨੇ ਵੀ ਉਹਨਾਂ ਦੇ ਬੱਚੇ ਨੇ ਵਿਧਾਇਕਾਂ ਦੇ, ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਆਪਣੇ ਬੱਚਿਆਂ ਨੂੰ, ਤਾਂ ਕਿ ਉਹਨਾਂ ਨੂੰ ਸਿਚੁਏਸ਼ਨ ਪਤਾ ਲੱਗੇ। ਜੇ ਮੰਨ ਲਓ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਰਕਾਰੀ ਅਧਿਆਪਕ ਹੋ ਗਏ ਜਾਂ ਸਰਕਾਰੀ ਅਫਸਰ ਹੋ ਗਏ ਜਾਂ ਵੱਡੇ ਅਹੁਦਿਆਂ 'ਤੇ ਜਿੰਨੇ ਵੀ ਲੋਕ ਨੇ, ਚਾਹੇ ਐਮਐਲਏ ਹੋ ਗਏ, ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਲਾਉਂਦੇ ਆ, ਤਾਂ ਲੱਗਦਾ ਕੁਝ ਚੇਂਜ ਹੋ ਸਕਦਾ ਇਸ ਦੇ ਨਾਲ? ਬਿਲਕੁਲ ਹੀ। ਇੱਕ ਗੱਲ ਸਭ ਤੋਂ ਵੱਡੀ ਹੈ ਵੀ ਸਰਕਾਰੀ ਸਕੂਲ ਫੇਲ ਹੀ ਕਿਉਂ ਕੀਤੇ ਜਾਂਦੇ ਨੇ, ਜਾਂ ਸਰਕਾਰੀ ਕਾਲਜ ਅੱਜ ਦੇ ਸਮੇਂ 'ਚ ਫੇਲ ਕਿਉਂ ਕੀਤੇ ਜਾ ਰਹੇ ਆ। ਇਹ ਸਰਕਾਰ ਇੱਕ ਗੱਲ ਕਹਿੰਦੀ ਹੈ, ਸਰਕਾਰ ਕਹਿੰਦੀ ਵੀ ਨੌਜਵਾਨ ਤਾਂ ਚੱਲੇ ਬਾਹਰ ਨੂੰ, ਅੱਜ ਕੱਲ੍ਹ ਪੜ੍ਹਨ 'ਚ ਤਾਂ ਕੋਈ ਇੰਟਰਸਟਡ ਨਹੀਂ ਹੈਗਾ, ਕਾਲਜਾਂ ਨੂੰ ਕਰੋ ਬੰਦ। ਪਰ ਇਸੇ ਸਰਕਾਰ ਨੂੰ ਪੁੱਛੋ ਵੀ ਫਿਰ ਆਹ ਚਿਤਕਾਰੇ ਵਰਗੀਆਂ ਯੂਨੀਵਰਸਿਟੀਆਂ, ਲਵਲੀ ਵਰਗੀਆਂ ਯੂਨੀਵਰਸਿਟੀਆਂ, ਚੰਡੀਗੜ੍ਹ ਯੂਨੀਵਰਸਿਟੀ ਕੜੂਆ, ਇਹਨਾਂ ਦੇ ਵਿੱਚ 10-10 20-20 ਹਜ਼ਾਰ ਜਵਾਕ ਕਿੱਥੋਂ ਆ ਗਿਆ? ਉਹ ਵੀ ਇਸੇ ਪੰਜਾਬ ਦੇ ਵਿੱਚੋਂ ਨਿਕਲ ਕੇ ਆ ਰਿਹਾ, ਉਹ ਵੀ ਪੜ੍ਹਨ ਦਾ ਇੱਛੁਕ ਰੱਖਦਾ, ਸਗੋਂ ਉਹਨੂੰ ਲੱਖ ਰੁਪਈਏ 1.5 ਲੱਖ ਰੁਪਈਆ ਫੀਸ ਦੇਣੀ ਪੈ ਰਹੀ ਹੈ ਅੱਜ ਦੇ ਸਮੇਂ ਵਿੱਚ। ਮਤਲਬ ਗੱਲ ਕਿੱਥੇ ਆ? ਗੱਲ ਇਹ ਨਹੀਂ ਵੀ ਵਿਦਿਆਰਥੀ ਨਹੀਂ ਪੜ੍ਹਨਾ ਚਾਹੁੰਦੇ, ਅੱਜ ਗੱਲ ਇਹ ਆ ਵੀ ਪ੍ਰਾਈਵੇਟ, ਇਹ ਸਰਕਾਰਾਂ ਵੀ ਇਹੀ ਚਾਹੁੰਦੀਆਂ ਨੇ ਵੀ ਸਰਕਾਰੀ ਖੇਤਰ ਨੂੰ, ਸਰਕਾਰੀ ਕਾਲਜਾਂ ਨੂੰ ਜਾਣਬੁੱਝ ਕੇ ਬੰਦ ਕਰ ਦਿੱਤਾ ਜਾਵੇ, ਫੇਲ ਕਰ ਦਿੱਤਾ ਜਾਵੇ। ਜਿਵੇਂ ਪਹਿਲਾਂ ਆਪਾਂ ਦੱਸਿਆ ਵੀ 51 ਤੋਂ 47 ਰਹਿ ਗਏ ਨੇ ਸਿਰਫ ਪਿਛਲੇ 5 ਸਾਲਾਂ ਦੇ ਵਿੱਚ। ਇਸ ਤੋਂ ਪਹਿਲਾਂ ਸਰਕਾਰਾਂ ਨੇ ਕਿੰਨੇ ਕਾਲਜ ਨੇ ਜਿਹੜੇ ਬੰਦ ਕਰ ਦਿੱਤੇ ਨੇ। ਇੱਕ ਇਹ ਵੀ ਗੱਲ ਹੈ ਵੀ ਸਰਕਾਰ ਨੇ ਆਪਦੇ ਆਪ ਵੱਲੋਂ ਸਿਰਫ 15 ਤੋਂ 20 ਕਾਲਜ ਨੇ ਜਿਹੜੇ ਸਰਕਾਰ ਨੇ ਆਪਦੇ ਐਫਰਟ ਦੇ ਨਾਲ ਖੋਲ੍ਹੇ ਨੇ, ਆਪਦੇ ਪੈਸੇ ਨਾਲ। ਬਾਕੀ ਕਾਲਜ ਤਾਂ ਜਿਵੇਂ ਢੁੱਡੀ ਕੇ ਕਾਲਜ ਹੈ, ਜਿਹੜਾ ਢੁੱਡੀ ਕੇ ਕਾਲਜ, ਉੱਥੋਂ ਦਾ ਕੋਈ ਕਿਸਾਨ ਸੀ ਜਿਹਨੇ ਆਪਦੀ ਸਾਰੀ ਦੀ ਸਾਰੀ ਜ਼ਮੀਨ ਵੇਚਤੀ, ਸਗੋਂ ਭਰਤ ਪਵਾ ਕੇ ਦਿੱਤੀ ਵੀ ਕਾਲਜ ਖੋਲ੍ਹ ਲਓ। ਸਰਕਾਰ ਤੋਂ ਉਹ ਵੀ ਨਹੀਂ ਸਾਂਭਿਆ ਗਿਆ। ਕਈ ਲੋਕਾਂ ਨੇ ਆਪਦੇ ਪ੍ਰਾਈਵੇਟ ਕਾਲਜਾਂ ਦੀਆਂ ਚਾਬੀਆਂ ਸੌਂਪਤੀਆਂ ਸਰਕਾਰ ਨੂੰ ਵੀ ਸਾਂਭ ਲਓ, ਉਹ ਵੀ ਨਹੀਂ ਸਾਂਭੇ ਗਏ। ਕਈ ਹੋਰ ਲੋਕ ਨੇ ਜਿਨ੍ਹਾਂ ਨੇ ਇਹ ਬਿਲਡਿੰਗਾਂ ਬਣਾਈਆਂ ਨੇ, ਜਾਂ ਪਹਿਲਾਂ ਅੰਗਰੇਜ਼ਾਂ ਵੇਲੇ ਜਾਂ ਮਹਾਰਾਜਿਆਂ ਦੇ ਟਾਈਮ ਦੇ ਉਹਨਾਂ ਨੇ ਕੋਈ ਕਾਲਜ ਬਣਾਏ ਨੇ, ਉਹ ਵੀ ਅੱਜ ਫੇਰ ਬੰਦ ਹੋਣ ਦੀ ਕਗਾਰ 'ਤੇ ਨੇ। ਗੱਲ ਇਹ ਨਹੀਂ ਵੀ ਅਸੀਂ ਇਨਵੈਸਟ ਨਹੀਂ, ਗੱਲ ਇਹ ਹੈ ਵੀ ਅਸੀਂ ਚਲਾਉਣਾ ਵੀ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਇਹ ਬੰਦ ਹੋਵੇ। ਕਿਉਂਕਿ ਅਸੀਂ ਜਿਨ੍ਹਾਂ ਤੋਂ ਫੰਡ ਲੈਣਾ ਹੁੰਦਾ, ਅਸੀਂ ਜਿਨ੍ਹਾਂ ਦੀ ਸੇਵਾ ਕਰਦੇ ਹਾਂ, ਉਹ ਜੋਕਾਂ ਨੇ, ਅਤੇ ਉਹ ਜੋਕਾਂ ਚਾਹੁੰਦੀਆਂ ਨੇ ਵੀ ਉਹਨਾਂ ਦੇ ਮੁਨਾਫੇ ਪ੍ਰਾਈਵੇਟਾਂ ਦੇ ਵਿੱਚੋਂ ਵਧਣ। ਉਹ ਅਧਿਆਪਕਾਂ ਦੀ ਵੀ ਲੁੱਟ ਕਰਨ, ਉਹਨਾਂ ਨੂੰ 10-10 ਹਜ਼ਾਰ 'ਤੇ ਰੱਖ ਕੇ ਪੱਕੀਆਂ ਭਰਤੀਆਂ ਨਾ ਸਾਨੂੰ ਕਰਨੀਆਂ ਪੈਣ, ਖਜ਼ਾਨਿਆਂ ਦੇ ਵਿੱਚੋਂ ਪੈਸੇ ਨਾ ਦੇਣੇ ਪੈਣ, ਅਤੇ ਸਾਰੇ ਟੈਕਸ ਦਾ ਪੈਸਾ ਜਿਹੜਾ ਉਹ ਹਜਮ ਕਰ ਦਿੱਤਾ ਜਾਵੇ। ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਜਦੋਂ ਤੱਕ ਪ੍ਰਾਈਵੇਟ ਕਾਲਜ, ਪ੍ਰਾਈਵੇਟ ਸਕੂਲ ਇੱਥੇ ਚੱਲ ਰਹੇ ਨੇ, ਹਰ ਮੋੜ ਦੇ ਉੱਤੇ ਖੁੱਲ੍ਹੇ ਹੋਏ ਨੇ, ਉਦੋਂ ਤੱਕ ਸਰਕਾਰੀ ਨੇ ਫੇਲ ਹੋਣਾ ਹੀ ਆ, ਅਤੇ ਸਰਕਾਰੀ ਨੂੰ ਜਾਣ ਕੇ ਫੇਲ ਕੀਤਾ ਜਾਊਗਾ। ਤਾਈਓ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ 350 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਹੀ ਆ। ਕਿਉਂ? ਸਰਕਾਰ ਉਹਦਾ ਘਾਟਾ ਪੂਰਾ ਨਹੀਂ ਕਰ ਦਿੰਦੀ। ਆਰਥਿਕ ਜਿਹੜਾ ਵਿੱਤੀ ਸੰਕਟ ਹੈ, ਕਿਉਂ? ਵਿਦਿਆਰਥੀਆਂ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ। ਤੇ ਇਹ ਸਵਾਲ ਨੇ ਜਿਹੜੇ ਅਸੀਂ ਸਰਕਾਰ ਨੂੰ ਕਰਨਾ ਚਾਹੁੰਦੇ ਹਾਂ ਵੀ ਸਰਕਾਰ ਨੇ ਅਸਲ ਵਿੱਚ ਸੱਚਮੁੱਚ ਕੀ ਕੀਤਾ। ਸਰਕਾਰ ਨੇ ਸਿਰਫ ਸਿੱਖਿਆ ਦਾ ਪੱਧਰ ਹੋਰ ਮਾੜਾ ਕੀਤਾ। ਇਹ ਸਾਰੀਆਂ ਸਰਕਾਰਾਂ ਜਿੰਨੇ ਅੱਜ ਚੋਣਾਂ ਦੇ ਵਿੱਚ ਜਾ ਰਹੇ ਨੇ ਬੰਦੇ, ਜਿਹੜੇ ਇਸ ਵੇਲੇ ਵੋਟਾਂ ਮੰਗਣ ਜਾ ਰਹੇ ਨੇ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਫੜ ਕੇ ਇਸ ਗੱਲ ਤੇ ਰਗੜਨਾ ਚਾਹੀਦਾ ਵੀ ਤੁਸੀਂ ਕੀਤਾ ਕੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਲਈ, ਜਿਹੜਿਆਂ ਨੇ ਪੜ੍ਹਨਾ ਹੈ ਤੇ ਜਿਹੜੇ ਪੜ੍ਹ ਲਿਖ ਚੁੱਕੇ ਨੇ। ਤੁਸੀਂ ਦੋਨਾਂ ਲਈ ਇੰਤਜ਼ਾਮ ਕੀਤੇ ਹੋਏ ਆ ਵੀ ਉਹਨਾਂ ਨੂੰ ਵੀ ਸੜਕਾਂ ਤੇ ਰੋਲਣਾ, ਤੇ ਦੂਜਿਆਂ ਨੂੰ ਤਾਂ ਤੁਸੀਂ ਬਾਹਰ ਤੋਰਨ ਦੀਆਂ ਤਿਆਰੀਆਂ ਕਰਦੇ। ਆਖਰੀ ਸਵਾਲ ਹੈ ਮੇਰਾ, ਕੀ ਇਲੈਕਸ਼ਨ ਬਹੁਤ ਨਜ਼ਦੀਕ ਨੇ 2022 ਦੇ, ਇਸ ਤੋਂ ਪਹਿਲਾਂ ਸਰਕਾਰ ਕੁਝ ਕਰਦੀ ਨਜ਼ਰ ਆਉਂਦੀ ਹੈ? ਬਹੁਤ ਘੱਟ, ਮਤਲਬ ਲੱਗ ਨਹੀਂ ਰਿਹਾ ਵੀ ਸਰਕਾਰ ਦੇ ਕੋਈ ਇਰਾਦੇ ਨੇ ਇਸ ਵੇਲੇ ਕੁਝ ਕਰਨ ਦੇ। ਹਰ ਵਰਗ ਅੱਜ ਧਰਨੇ ਤੇ ਬੈਠਾ ਹੋਇਆ। ਇੱਥੇ ਤੁਸੀਂ ਅਧਿਆਪਕਾਂ ਦੇ ਧਰਨੇ ਲਾ ਲਓ, ਬਿਜਲੀ ਮੁਲਾਜ਼ਮਾਂ ਦੇ ਧਰਨੇ ਲਾ ਲਓ, PRTC ਵਾਲੇ ਧਰਨੇ ਲਾ ਲਓ, ਡਾਕਟਰਾਂ ਦੇ 6ਵੇਂ ਪੇ ਕਮਿਸ਼ਨ ਦੇ ਖਿਲਾਫ ਧਰਨੇ, ਬੇਰੁਜ਼ਗਾਰ ਤਾਂ ਹੈਗੇ ਹੀ ਨੇ। ਮਤਲਬ ਸਰਕਾਰ ਕੀ ਕਰ ਰਹੀ ਹੈ? ਮੈਂ ਤੁਹਾਨੂੰ ਇੱਕ ਸੱਚ ਹੋਰ ਗੱਲ ਹੈ, ਟੈਕਨੀਕਲ ਦਾ ਇੱਕ ਪੇਪਰ, ਪੰਜਾਬ ਸਰਕਾਰ ਨੇ ਇੱਕ ਟੈਕਨੀਕਲ ਦਾ ਪੇਪਰ ਲੈਣਾ ਹੈ 22 ਤਰੀਕ ਨੂੰ, ਅਤੇ ਉਹ ਪੇਪਰ ਦੇ ਨਾਲ ਸਬ ਇੰਸਪੈਕਟਰ ਦਾ ਪੇਪਰ ਕਲੈਸ਼ ਹੋ ਰਿਹਾ ਬੱਚਿਆਂ ਦਾ। ਤੁਸੀਂ ਪਹਿਲਾਂ ਤਾਂ 4.5 ਸਾਲ ਕੁਛ ਕਰਨਾ ਹੀ ਨਹੀਂ, ਕੋਈ ਪੋਸਟਾਂ ਨਹੀਂ ਕੱਢੀਆਂ, ਹੁਣ ਆ ਗਈਆਂ ਚੋਣਾਂ ਨੇੜੇ, ਹੁਣ ਧੜ ਪੰਜਾਬ ਦੀਆਂ ਸਾਰੀਆਂ ਪੋਸਟਾਂ ਕੱਢਤੀਆਂ ਚੱਕ ਕੇ। ਅਤੇ ਉਹ ਪੋਸਟਾਂ ਦੇ ਵਿੱਚੋਂ ਵੀ ਹੁਣ ਤੁਸੀਂ ਨੌਜਵਾਨਾਂ ਨੂੰ ਇੰਨਾ ਵੀ ਨਹੀਂ ਉਹ ਸਾਹ ਦੇ ਰਹੇ ਵੀ ਹਫ਼ਤੇ ਦੇ ਬਾਅਦ ਪੇਪਰ ਹੋ ਰਹੇ ਨੇ ਨੌਜਵਾਨਾਂ ਦੇ, ਉਹਦੇ ਵਿੱਚ ਵੀ ਤੁਸੀਂ ਇੱਕੋ ਦਿਨ ਪੇਪਰ ਕਲੈਸ਼ ਹੋ ਰਿਹਾ। ਨੌਜਵਾਨ ਚਿੱਠੀਆਂ ਪਾ ਕੇ ਹੰਭ ਗਏ ਵੀ ਪੇਪਰਾਂ ਦੀ ਮਿਤੀ ਅੱਡ ਕਰ ਦਿੱਤੀ ਜਾਵੇ, ਅਸੀਂ ਦੋਨਾਂ 'ਚ ਪੈਸੇ ਭਰੇ ਨੇ, ਅਸੀਂ ਦੋਨਾਂ ਦੇ ਵਿੱਚ ਅਪੀਅਰ ਹੋਣਾ ਚਾਹੁੰਦੇ ਹਾਂ। ਇੰਨੀ ਕੀ ਸੀਰੀਅਸ ਹੈ ਸਰਕਾਰ ਨੇ ਸਿਰਫ ਆਪਦੇ ਸਿਆਸੀ, ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ, ਸਿਰਫ ਗਿਣਤੀਆਂ ਮਿਣਤੀਆਂ ਵੋਟਾਂ ਦੀਆਂ ਕਰ ਰਹੇ ਨੇ। ਇਸ ਕਰਕੇ ਉਹ ਇੰਨਾ ਵੀ ਨਹੀਂ ਧਿਆਨ ਦੇ ਸਕਦੇ। ਜਾਂ ਤਾਂ ਆਪਾਂ ਮੰਨੀਏ ਵੀ ਯਾਰ ਇੱਕ ਗੁਜਰਾਤ ਦੇ ਵਿੱਚ ਪੇਪਰ ਹੋਣਾ, ਇੱਕ ਪੰਜਾਬ ਸਰਕਾਰ ਨੇ ਲੈਣਾ, ਚਲੋ ਅੱਡ ਸਰਕਾਰਾਂ ਨੇ, ਹੋ ਸਕਦਾ ਇਹਨਾਂ ਨੇ ਅੱਡ ਪੇਪਰ ਹੋ ਜਾਣ, ਹੈ ਨਾ। ਉਹਦੇ ਵਿੱਚ ਵੀ ਚਾਂਸ ਹੁੰਦਾ ਵੀ ਬੰਦਾ ਸ਼ਾਇਦ ਉਹ ਵੀ ਪੇਪਰ ਨੇ ਜਿਹੜੇ ਉਹ ਆਪਾਂ ਮੁਲਤਵੀ ਕਰਵਾ ਸਕਦੇ ਆ। ਪਰ ਇੱਥੇ ਪੰਜਾਬ ਸਰਕਾਰ ਦੇ ਦੋਨੇ ਪੇਪਰ ਨੇ, ਆਉਣ ਵਾਲੀ 22 ਤਰੀਕ ਨੂੰ ਪੇਪਰ ਹੋ ਰਹੇ ਆ। ਕੀ ਪੰਜਾਬ ਸਰਕਾਰ ਇਹਦੀ ਜਵਾਬ ਦੇ ਬਣਦੀ ਹੈ? ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਵੀ ਕਿਉਂ ਇਹ ਦੋਨੇ ਪੇਪਰ ਕਲੈਸ਼ ਹੋ ਰਹੇ ਨੇ, ਤਾਂ ਵਿਦਿਆਰਥੀਆਂ ਦੀ ਮਿਤੀ ਕੋਈ ਇੱਕ ਪੇਪਰ ਚੱਕ ਕੇ ਅੱਗੇ ਪਾਇਆ ਜਾ ਸਕਦਾ। ਇੰਨੀ ਕੁ ਬੇਰੁਜ਼ਗਾਰਾਂ ਦੇ ਲਈ, ਇੰਨੀ ਕੁ ਨੌਜਵਾਨਾਂ ਦੇ ਪ੍ਰਤੀ ਸੰਜੀਦਗੀ ਹੈਗੀ ਹੈ ਸਰਕਾਰ ਦੀ। ਸੋ ਲਾਦ ਦੀ ਵਿਦਿਆਰਥਣ ਹੈ ਅਮਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਦੀ। ਅਮਨ ਦੇ ਨਾਲ ਚਰਚਾ ਹੋਈ ਹੈ ਸਿੱਖਿਆ ਦੇ ਮਿਆਰ ਨੂੰ ਲੈ ਕੇ, ਕਿ ਸਿੱਖਿਆ ਦਾ ਮਿਆਰ ਜਾ ਕਿੱਥੇ ਰਿਹਾ, ਕਿਸ ਪਾਸੇ ਜਾ ਰਹੇ ਹਾਂ ਅਸੀਂ, ਕਿਸ ਪਾਸੇ ਸਾਡਾ ਸਮਾਜ ਜਾ ਰਿਹਾ। ਸਿੱਖਿਆ ਨੂੰ ਲੈ ਕੇ ਸਰਕਾਰਾਂ ਕਰ ਕੀ ਰਹੀਆਂ ਨੇ? ਕੁਝ ਵੀ ਨਹੀਂ, ਸਿਰਫ ਦਾਅਵੇ ਨੇ,
ਉਹ ਵੀ ਖੋਖਲੇ। ਦਾਅਵਿਆਂ ਤੋਂ ਇਲਾਵਾ ਹੁਣ ਤੱਕ ਹੋਇਆ ਕੁਝ ਨਹੀਂ, ਵਾਅਦੇ ਕੀਤੇ ਗਏ ਲੋਕਾਂ ਦੇ ਨਾਲ, ਪਰ ਸਿੱਖਿਆ ਜਿਹੜਾ ਸਮਾਜ ਦਾ ਆਇਨਾ ਕਿਹਾ ਜਾਂਦਾ, ਜਿਸ ਨੂੰ ਜੋ ਸਮਾਜ ਨੂੰ ਸੰਵਾਰਨ ਦਾ ਕੰਮ ਕਰਦੀ ਹੈ, ਉਸ ਸਿੱਖਿਆ ਨੂੰ ਲੈ ਕੇ ਸਾਡੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ। ਇਸੇ ਕਰਕੇ ਹੀ ਜਿੰਨੀਆਂ ਵੀ ਸਿਚੁਏਸ਼ਨ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਭਾਵੇਂ ਬੇਰੁਜ਼ਗਾਰੀ ਹੈ ਜਾਂ ਜਿੰਨੀਆਂ ਵੀ, ਕਰਪਸ਼ਨ ਵੀ ਇਸੇ ਦਾ ਇੱਕ ਪਾਰਟ ਕਿਹਾ ਜਾ ਸਕਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਹੁੰਦਾ ਕੀ ਹੈ। ਪਰ ਫਿਲਹਾਲ ਤਾਂ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਭਵਿੱਖ ਹੈ, ਸਿੱਖਿਆ ਦੇ ਮਸਲੇ ਨੂੰ ਦੇਖਿਆ ਜਾਵੇ, ਸਿੱਖਿਆ ਦੇ ਐਂਗਲ ਤੋਂ ਦੇਖਿਆ ਜਾਵੇ, ਤਾਂ ਨੌਜਵਾਨ ਇਹੋ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਨੂੰ ਸਾਡਾ ਭਵਿੱਖ ਹਨੇਰੇ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।